ਅਕਾਊਂਟਸ। ਠੀਕ ਹੈ, ਡਿਜ਼ੋਲੂਸ਼ਨ, ਇੰਸੋਲਵੈਂਸੀ ਐਂਡ ਪੀਸਮੇਲ ਡਿਸਟ੍ਰੀਬਿਊਸ਼ਨ। ਇਹਦੇ ਵਿੱਚ ਕੀ ਹੈਗਾ, ਡਿਜ਼ੋਲੂਸ਼ਨ ਦਾ ਮਤਲਬ ਕੀ ਹੈ, ਆਪਾਂ ਡਿਸਕੰਟੀਨਿਊਸ਼ਨ ਕਰਨਾ ਹੈਗਾ, ਟਰਮੀਨੇਸ਼ਨ ਕਰਨਾ ਪਾਰਟਨਰਸ਼ਿਪ ਐਗਰੀਮੈਂਟ ਨੂੰ। ਪਾਰਟਨਰਸ਼ਿਪ ਐਕਟ 1932 ਦੇ ਅਕੋਰਡਿੰਗ ਕੀ ਹੈ, ਜੋ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਆ ਅਤੇ ਡਿਜ਼ੋਲੂਸ਼ਨ ਆਫ ਫਰਮ ਆ, ਦੋਨਾਂ ਦਾ ਕੀ ਹੈ, ਅਲੱਗ ਅਲੱਗ ਮੀਨਿੰਗ ਹੈਗਾ। ਠੀਕ ਹੈ, ਡਿਜ਼ੋਲੂਸ਼ਨ of a firm is a complete breakdown of a partnership and partners do not continue the firm। डिजोल्यूशन ऑफ फर्म ਦਾ ਮਤਲਬ ਕੀ ਹੈ, ਪਾਰਟਨਰਸ਼ਿਪ ਹੈ ਜੋ ਪੂਰੀ ਤਰ੍ਹਾਂ ਖਤਮ ਹੋ ਜਾਏਗੀ ਅਤੇ ਪਾਰਟਨਰ ਫਰਮ ਨੂੰ ਅੱਗੇ ਕੰਟੀਨਿਊ ਨਹੀਂ ਕਰਨਗੇ। ਬਟ ਅਗਰ ਆਪਾਂ ਪਾਰਟਨਰਸ਼ਿਪ ਨੂੰ ਡਿਜ਼ੋਲਵ ਕਰਨ ਦੀ ਗੱਲ ਕਰਦੇ ਹਾਂ, ਉਹਦਾ ਮਤਲਬ ਹੁੰਦਾ ਰੀਕਨਸਟੀਟਿਊਸ਼ਨ ਹੋਣਾ ਫਰਮ ਦਾ। ਮਤਲਬ ਕਿ ਰਿਟਾਇਰਮੈਂਟ ਹੋ ਗਈ, ਇੰਸੋਲਵੈਂਸੀ ਹੋ ਗਈ, ਡੈਥ ਹੋ ਗਈ, ਜਾਂ ਰਿਮੇਨਿੰਗ ਪਾਰਟਨਰ ਆਪਣੇ ਕੀ ਕਰ ਰਹੇ ਹੈਗੇ, ਕੰਟੀਨਿਊ ਕਰ ਰਹੇ ਹੈਗੇ ਬਿਜ਼ਨਸ ਨੂੰ। ਮਤਲਬ ਕਿ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਦੇ ਵਿੱਚ ਕੀ ਹੋਊਗਾ, ਸਾਰਾ ਕੁਝ ਬੰਦ ਨਹੀਂ ਹੁੰਦਾ ਅਤੇ ਫਰਮ ਦੇ ਵਿੱਚ ਸਾਰਾ ਕੁਝ ਬੰਦ ਹੋ ਜਾਂਦਾ ਹੈ। ਫਰਮ ਦੀ ਡਿਜ਼ੋਲੂਸ਼ਨ ਕਰਦੇ ਹਾਂ, ਫਰਮ ਦੀਆਂ ਐਸੈਟਸ ਨੂੰ ਵੇਚ ਦਿੰਦੇ ਹਾਂ, ਲਾਇਬਿਲਿਟੀਜ਼ ਨੂੰ ਪੇ ਕਰ ਦਿੰਦੇ ਹਾਂ, ਕਿਉਂਕਿ ਫਰਮ ਬੰਦ ਕਰਨੀ ਹੈਗੀ। ਠੀਕ ਹੈ, ਅਤੇ ਜਦੋਂ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਹੁੰਦੀ ਹੈਗੀ ਤਾਂ ਉੱਥੇ ਆਪਾਂ ਕੀ ਕਰਦੇ ਹਾਂ ਕਿ ਜਿਹੜਾ ਬੰਦਾ ਜਾ ਰਿਹਾ ਉਹਦਾ ਸ਼ੇਅਰ ਫਾਈਂਡ ਕਰਦੇ ਹਾਂ ਵੀ ਕਿੰਨਾ ਗਾ, ਅਤੇ ਉਦੋਂ ਫਰਮ ਕਲੋਜ਼ ਨਹੀਂ ਹੋਣੀ ਤਾਂ ਬਸ ਉਹਦਾ ਹਿੱਸਾ ਦੇਖਾਂਗੇ ਕਿੰਨਾ ਬਣਦਾ, ਉਹਨੂੰ ਦੇ ਦਾਂਗੇ। ਠੀਕ ਹੈ, ਜਾਂ ਕੋਈ ਆ ਰਿਹਾ ਹੈਗਾ ਤਾਂ ਉਹਨੂੰ ਕਹਾਂਗੇ ਤੂੰ ਆਪਦਾ ਹਿੱਸਾ ਲੈ ਕੇ ਆ ਗੁੱਡਵਿਲ ਵਗੈਰਾ ਦਾ। ਠੀਕ ਹੈ, ਉਹ ਚੀਜ਼ ਹੋ ਜਾਏਗੀ। ਇਹਦੇ ਡਿਫਰੈਂਸ ਆ ਗਿਆ ਹੈਗਾ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਅਤੇ ਡਿਸੋਲੂਸ਼ਨ ਆਫ ਅ ਫਰਮ। ਡਿਸੋਲੂਸ਼ਨ ਆਫ ਪਾਰਟਨਰਸ਼ਿਪ ਦੇ ਵਿੱਚ ਕੀ ਆ ਜਾਊਗਾ, ਡਿਸਕੰਟੀਨਿਊਸ਼ਨ ਆਫ ਅ ਰਿਲੇਸ਼ਨਸ਼ਿਪ ਬਿਟਵੀਨ ਪਾਰਟਨਰ। ਠੀਕ ਹੈ, ਬਟ ਦਾ ਬਿਜ਼ਨਸ ਇਜ਼ ਨਾਟ ਟਰਮੀਨੇਟਡ ਐਂਡ ਅ ਫਰਮ ਕੰਟੀਨਿਊ ਇਟਸ ਬਿਜ਼ਨਸ। ਇਹਦੇ ਵਿੱਚ ਕੀ ਹੋਊਗਾ, ਆਪਾਂ ਉਹਨਾਂ ਦਾ ਰਿਲੇਸ਼ਨ ਕੀ ਕਰਾਂਗੇ, ਮਤਲਬ ਕਿ ਡਿਸਕੰਟੀਨਿਊ ਹੋ ਜਾਏਗਾ, ਪੁਰਾਣਾ ਰਿਲੇਸ਼ਨ ਚੇਂਜ ਹੋ ਜਾਏਗਾ ਇੱਕ ਤਰੀਕੇ ਨਾਲ, ਬਿਜ਼ਨਸ ਬੰਦ ਨਹੀਂ ਹੋਏਗਾ। ਠੀਕ ਹੈ, ਫਰਮ ਕੰਟੀਨਿਊ ਕਰੂਗੀ ਆਪਦਾ ਬਿਜ਼ਨਸ। ਅਤੇ ਡਿਜ਼ੋਲੂਸ਼ਨ ਆਫ ਫਰਮ ਦੇ ਵਿੱਚ ਸਾਰੇ ਪਾਰਟਨਰਸ ਦਾ ਜੋ ਰਿਲੇਸ਼ਨ ਹੈ, ਡਿਜ਼ੋਲੂਸ਼ਨ ਆਫ ਮਤਲਬ ਪਾਰਟਨਰਸ਼ਿਪ ਆਫ ਆਲ ਪਾਰਟਨਰਸ ਆਫ ਦਾ ਫਰਮ ਅਲੋਂਗ ਵਿਦ ਬਾਈਂਡਿੰਗ ਅਪ ਆਫ ਦਾ ਬਿਜ਼ਨਸ ਕੀ ਹੋ ਜਾਏਗਾ, ਬੰਦ ਹੋ ਜਾਏਗਾ, ਫਰਮ ਕਲੋਜ਼ ਹੋ ਜਾਏਗੀ। ਇਹਦੇ ਵਿੱਚ ਬੁੱਕਸ ਆਫ ਅਕਾਊਂਟ ਮੇ ਨਾਟ ਵੀ ਕਲੋਜ਼। ਜਦੋਂ ਪਾਰਟਨਰਸ਼ਿਪ ਹੋ ਰਹੀ ਹੈਗੀ, ਡਿਜ਼ੋਲੂਸ਼ਨ ਡਿਜ਼ੋਲਵ ਹੋ ਰਹੀ ਹੈ, ਉਦੋਂ ਸਾਡਾ ਬੁੱਕਸ ਕਲੋਜ਼ ਨਹੀਂ ਕਰਾਂਗੇ। ਠੀਕ ਹੈ, ਇੱਥੇ ਬੁੱਕਸ ਕਲੋਜ਼ ਕਰਾਂਗੇ। ਇਹਦਾ ਮਤਲਬ ਡਿਜ਼ੋਲੂਸ਼ਨ ਆਫ ਅ ਫਰਮ ਨਹੀਂ ਗਾ। ਠੀਕ ਹੈ, ਡਿਜ਼ੋਲੂਸ਼ਨ ਆਫ ਫਰਮ ਵੱਡੀ ਚੀਜ਼ ਹੈ ਤਾਂ ਉਹਦੇ 'ਚ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਵੀ ਆ ਸੀ। ਠੀਕ ਹੈ, ਅਤੇ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਦਾ ਮਤਲਬ ਫਰਮ ਦੀ ਡਿਜ਼ੋਲੂਸ਼ਨ ਨਹੀਂ ਗੀ। ਉਸ ਤੋਂ ਬਾਅਦ ਇਹ ਵਲੰਟਰੀ ਹੈ, ਇਹ ਆਪਣੀ ਇੱਛਾ ਨਾਲ ਕਰਦੇ ਹਾਂ। ਡਿਜ਼ੋਲਵ ਕਿਵੇਂ ਕਰਦੇ ਹਾਂ, ਮਿਊਚੁਅਲ ਐਗਰੀਮੈਂਟ ਹੋ ਗਿਆ ਥਰੂ ਦਾ ਪ੍ਰੋਸੈਸ ਆਫ ਰੀਕਨਸੀਲੀਏਸ਼ਨ ਵਿਦਾਊਟ ਦਾ ਇੰਟਰਵੈਂਸ਼ਨ ਆਫ ਕੋਰਟ। ਕੋਈ ਕੋਰਟ ਇੰਟਰਫੇਰੈਂਸ ਨਹੀਂ ਕਰਦਾ। ਡਿਜ਼ੋਲੂਸ਼ਨ ਆਫ ਫਰਮ ਦੇ ਵਿੱਚ ਕੀ ਹੋਊਗਾ, ਵਲੰਟਰੀ ਵੀ ਹੁੰਦੀ ਹੈ ਅਤੇ ਕੰਪਲਸਰੀ ਵੀ ਹੁੰਦੀ ਹੈ। ਫਰਮ ਕੈਨ ਆਲਸੋ ਵੀ ਡਿਜ਼ੋਲਵ ਬਾਈ ਦਾ ਕੋਰਟਸ ਆਰਡਰ। ਕੋਰਟ ਦੇ ਆਰਡਰ ਨਾਲ ਵੀ ਅਸੀਂ ਬੰਦ ਕਰ ਸਕਦੇ ਹਾਂ। ਇਨ ਦਿਸ ਕੇਸ ਐਸੈਟਸ ਐਂਡ ਲਾਇਬਿਲਿਟੀਜ਼ ਆਰ ਰੀਵੈਲਿਊਡ। ਐਸੈਟਸ ਅਤੇ ਲਾਇਬਿਲਿਟੀਜ਼ ਨੂੰ ਅਸੀਂ ਕੀ ਕਰਦੇ ਹਾਂ, ਰੀਵੈਲਿਊਏਸ਼ਨ ਅਕਾਊਂਟ ਪ੍ਰੀਪੇਅਰ ਕਰਦੇ ਇਸ ਤਾਂ ਰੀਵੈਲਿਊ ਕਰਦੇ ਅਤੇ ਨਵੀਂ ਬੈਲੈਂਸ ਸ਼ੀਟ ਬਣਾਉਂਦੇ ਹਾਂ। ਇਹਦੇ ਵਿੱਚ ਕੀ ਹੋਊਗਾ, ਡਿਜ਼ੋਲੂਸ਼ਨ ਆਫ ਫਰਮ ਦੇ ਵਿੱਚ ਐਸੈਟਸ ਨੂੰ ਵੇਚਾਂਗੇ, ਲਾਇਬਿਲਿਟੀਜ਼ ਨੂੰ ਪੇ ਕਰਾਂਗੇ। ਠੀਕ ਹੈ, ਪਰ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਦੇ ਵਿੱਚ ਕੀ ਹੋਊਗਾ, ਸੱਚ ਰਿਲੇਸ਼ਨਸ਼ਿਪ ਮੇ ਰਿਮੇਨ ਔਰ ਚੇਂਜਿਸ ਐਜ਼ ਦਾ ਕੇਸ ਮੇ ਬੀ। ਠੀਕ ਹੈ, ਰਿਲੇਸ਼ਨ ਆਪਣਾ ਕੀ ਰਹੂਗਾ, ਉੱਦਾਂ ਵੀ ਰਹਿ ਸਕਦਾ ਅਤੇ ਚੇਂਜ ਵੀ ਹੋ ਸਕਦਾ, ਜਿਵੇਂ ਵੀ ਤੁਹਾਡਾ ਕੇਸ ਹੋਊਗਾ। ਅਤੇ ਇਹਦੇ ਵਿੱਚ ਕੀ ਹੋਊਗਾ, ਰਿਲੇਸ਼ਨਸ਼ਿਪ ਜਿਹੜਾ ਪਾਰਟਨਰ ਦੇ ਵਿੱਚ ਹੋ ਜਾਊਗਾ, ਉਹ ਖਤਮ ਹੀ ਹੋ ਜਾਊਗਾ। ਠੀਕ ਹੈ, ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀਗੇ, ਰੀਵੈਲਿਊਏਸ਼ਨ ਅਕਾਊਂਟ ਪ੍ਰੀਪੇਅਰ ਕਰਦੇ ਸੀਗੇ ਤਾਂ ਕਿ ਅਸੀਂ ਪ੍ਰੋਫਿਟ ਚੈੱਕ ਕਰ ਸਕੀਏ, ਲਾਸ ਚੈੱਕ ਕਰ ਸਕੀਏ, ਰੀਵੈਲਿਊਏਸ਼ਨ 'ਤੇ ਕਿੰਨਾ ਹੋਇਆ ਹੈਗਾ। ਅਤੇ ਡਿਜ਼ੋਲੂਸ਼ਨ ਆਫ ਫਰਮ ਦੇ ਵਿੱਚ ਕੀ ਹੋਊਗਾ, ਰੀਲਾਈਜੇਸ਼ਨ ਅਕਾਊਂਟ ਪ੍ਰੀਪੇਅਰ ਕਰਾਂਗੇ ਤਾਂ ਕਿ ਅਸੀਂ ਚੈੱਕ ਕਰੀਏ ਰਿਲਾਈਜ਼ ਕਰਨ ਵੇਲੇ, ਐਸੈਟਸ ਵੇਚਣ ਵਗੈਰਾ ਵੇਲੇ ਸਾਨੂੰ ਕਿੰਨਾ ਘਾਟਾ ਵਾਧਾ ਹੋ ਰਿਹਾ। ਉਸ ਤੋਂ ਬਾਅਦ ਆ ਗਏ ਮੋਡਸ ਆਫ ਡਿਜ਼ੋਲੂਸ਼ਨ ਆਫ ਫਰਮ। ਇਹਦੇ ਵਿੱਚ ਆਪਣੇ ਮਤਲਬ ਕਿ ਸੈਕਸ਼ਨ 40 to 44 ਚੱਲਦੇ ਆ ਪਾਰਟਨਰਸ਼ਿਪ ਐਕਟ ਦੇ ਅਕੋਰਡਿੰਗ। ਠੀਕ ਹੈ, ਆਪਾਂ ਇਹਦੇ ਵਿੱਚ ਦੱਸਦੇ ਆ ਵੀ ਕਿਵੇਂ ਕਿਵੇਂ ਆਪਾਂ ਡਿਜ਼ੋਲੂਸ਼ਨ ਹੋ ਸਕਦੀ। ਇੱਕ ਹੋ ਜਾਏਗਾ ਡਿਜ਼ੋਲੂਸ਼ਨ ਬਾਈ ਐਗਰੀਮੈਂਟ, ਜਦੋਂ ਸਾਰੀ ਫਰਮ ਡਿਜ਼ੋਲਵ ਹੋ ਰਹੀ ਹੈ, ਜਦੋਂ ਸਾਰੇ ਪਾਰਟਨਰ ਐਗਰੀ ਕਰ ਰਹੇ ਹੈਗੇ। ਠੀਕ ਹੈ, ਕਿ ਇਹ ਬੰਦ ਹੀ ਹੋਣੀ ਚਾਹੀਦੀ ਹੈ, ਉਹ ਕਹਿ ਰਹੇ ਹੈਗੇ। ਠੀਕ ਹੈ, ਪਾਰਟਨਰਸ਼ਿਪ ਫਰਮ ਇਜ਼ ਅ ਕ੍ਰੀਏਸ਼ਨ ਆਫ ਐਨ ਐਗਰੀਮੈਂਟ। ਸਿਮਿਲਰਲੀ ਇਹ ਫਰਮ ਕੈਨ ਵੀ ਡਿਜ਼ੋਲਵ ਬਾਈ ਐਨ ਐਗਰੀਮੈਂਟ। ਸਾਨੂੰ ਪਤਾ ਹੈਗਾ ਪਾਰਟਨਰਸ਼ਿਪ, ਜਦੋਂ ਆਪਾਂ ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ, ਪਾਰਟਨਰਸ਼ਿਪ ਦਾ ਮਤਲਬ ਆਪਾਂ ਕਹਿੰਦੇ ਕਿ ਐਗਰੀਮੈਂਟ ਤੋਂ ਬਣਦੀ ਤਾਂ ਐਗਰੀਮੈਂਟ ਨਾਲ ਹੀ ਖਤਮ ਵੀ ਹੋ ਸਕਦੀ। ਉਸ ਤੋਂ ਬਾਅਦ ਡਿਜ਼ੋਲੂਸ਼ਨ ਔਨ ਦਾ ਹੈਪਨਿੰਗ ਆਫ ਕੰਟੀਨਜੈਂਸੀ। ਕੰਟੀਨਜੈਂਸੀ ਕੀ ਹੁੰਦੀ ਹੈਗੀ, ਕੁਝ ਇੱਦਾਂ ਦਾ ਮਤਲਬ ਕਿ ਹੈਪਨ ਹੋ ਗਿਆ, ਕਹਿ ਲਓ ਵੀ ਜਿਹੜਾ ਆਪਾਂ ਐਕਸਪੈਕਟ ਨਹੀਂ ਸੀ ਕੀਤਾ ਉੱਦਾਂ ਦੀ ਚੀਜ਼ ਹੋ ਗਈ। ਠੀਕ ਹੈ, ਐਮਰਜੈਂਸੀ ਆ ਗਈ ਕੋਈ। ਫਰਮ ਇਜ਼ ਡਿਜ਼ੋਲਵ ਇਨ ਐਨੀ ਆਫ ਦਾ ਫੋਲੋਇੰਗ ਵੇ ਅਨਲੈਸ ਦੇਅਰ ਇਜ਼ ਅ ਕੰਟਰੈਕਟ ਬਿਟਵੀਨ ਦਾ ਪਾਰਟਨਰ ਟੂ ਦਾ ਕੰਟਰੇਰੀ। ਜਿਵੇਂ ਐਕਸਪਾਇਰੀ ਹੋ ਗਈ, ਟਰਮ ਆਫ ਦਾ ਡਿਊਰੇਸ਼ਨ ਆਫ ਦਾ ਫਰਮ, ਆਪਾਂ ਕਿਹਾ ਸੀ ਇੰਨੇ ਸਾਲ ਚਲਾਵਾਂਗੇ ਅਤੇ ਉਹ ਸਾਲ ਖਤਮ ਹੋ ਗਏ ਤਾਂ ਹੁਣ ਆਪਾਂ ਕੀ ਕਰ ਦਾਂਗੇ, ਫਿਰ ਸਾਲ ਖਤਮ ਹੋਣ ਤੋਂ ਬਾਅਦ ਉਹਨੇ ਕੀ ਕਰ ਦਾਂਗੇ, ਫਰਮ ਬੰਦ ਕਰ ਦਾਂਗੇ। ਬਾਈ ਦਾ ਕੰਪਲੀਸ਼ਨ ਆਫ ਦਾ ਐਡਵੈਂਚਰ ਫॉर ਵਿਚ ਦਾ ਫਰਮ ਵਾਸ ਕੰਸਟੀਟਿਊਟਡ। ਜਦੋਂ ਆਪਾਂ ਫਰਮ ਬਣਾਈ ਸੀ ਉਸ ਟਾਈਮ 'ਤੇ ਜਿਹੜਾ ਕੁਛ ਸੋਚਿਆ ਸੀ ਉਹੀ ਚੀਜ਼ ਹੁਣ ਕੀ ਹੋ ਗਈ ਹੈਗੀ,
ਕੰਪਲੀਟ ਹੋ ਗਈ ਹੈ। ਜਿਸ ਪਰਪਸ ਲਈ ਬਣਾਈ ਸੀ ਉਹ ਪਰਪਸ ਕੰਪਲੀਟ ਹੋ ਗਿਆ। ਜਾਂ ਪਾਰਟਨਰ ਦੀ ਡੈਥ ਹੋ ਗਈ, ਆਪਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜਾ ਪਾਰਟਨਰ ਦੀ ਡੈਥ ਹੋਈ ਹੈਗੀ ਉਹ ਪਾਰਟਨਰ ਬਹੁਤ ਵਧੀਆ ਸੀਗਾ ਕਿ 700 ਤੋਂ ਬਿਜ਼ਨਸ ਸੰਭਣਾ ਨਹੀਂਗਾ, ਹੈ ਨਾ, ਆਪਾਂ ਕਹਿ ਦਾਂਗੇ ਕਿ ਚਲੋ ਬੰਦ ਹੀ ਕਰ ਦਿਓ, ਉਹ ਚੀਜ਼ ਹੋ ਗਈ। ਬਾਈ ਦਾ ਅਡਜੂਡੀਕੇਸ਼ਨ ਆਫ ਅ ਪਾਰਟਨਰ ਐਜ਼ ਐਨ ਇੰਸੋਲਵੈਂਟ, ਪਾਰਟਨਰ ਆਪਣਾ ਕੀ ਹੋ ਗਿਆ, ਇੰਸੋਲਵੈਂਟ ਹੋ ਗਿਆ। ਠੀਕ ਹੈ, ਵੀ ਜਦੋਂ ਪਾਰਟਨਰ ਇੰਸੋਲਵੈਂਟ ਹੋਇਆ ਤਾਂ ਆਪਾਂ ਉਦੋਂ ਕੋਰਟ ਦੀ ਹੈਲਪ ਲੈਣੀ ਪਈ। ਠੀਕ ਹੈ, ਕੋਰਟ ਨੇ ਆਪਾਂ ਨੂੰ ਇੱਕ ਤਰੀਕੇ ਨਾਲ ਕਹਿਤਾ, ਉਹ ਚੀਜ਼ ਕਹਿ ਸਕਦੇ। ਉਸ ਤੋਂ ਬਾਅਦ ਬਾਈ ਨੋਟਿਸ ਆਫ ਪਾਰਟਨਰਸ਼ਿਪ ਐਟ ਵਿਲ, ਮਤਲਬ ਕਿ ਵਸੀਅਤ ਅਗਲੇ ਨੇ ਬਣਾਤੀ। ਵੈਨ ਦ ਪਾਰਟਨਰਸ਼ਿਪ ਇਜ਼ ਐਟ ਵਿਲ ਦ ਫਰਮ ਮੇ ਬਾਈ dissolve at any time by any partner giving notice in writing to all the other partner of his intention to dissolve the firm। ਉਹ ਆਪਦੀ ਵਸੀਅਤ ਲਿਖ ਕੇ ਦੇ ਗਿਆ, ਕਹਿੰਦਾ ਜਾਂ ਵੀ ਆਪਦੀ ਇੱਛਾ ਨਾਲ ਜਾ ਰਿਹਾ, ਇੱਕ ਤਰੀਕੇ ਨਾਲ ਇਹ ਵੀ ਕਹਿ ਸਕਦੇ। ਠੀਕ ਹੈ, ਉਹ ਕਹਿੰਦਾ ਮੈਂ ਫਰਮ ਦੇ ਵਿੱਚ ਨਹੀਂ ਰਹਿਣਾਗਾ, ਤਾਂ ਉਹ ਆਪਾਂ ਨੂੰ ਕੀ ਹੈ, ਨੋਟਿਸ ਦੇ ਕੇ ਜਾ ਸਕਦਾ। ਉਸ ਤੋਂ ਬਾਅਦ ਆ ਗਿਆ ਕੰਪਲਸਰੀ ਡਿਸੋਲੂਸ਼ਨ ਔਰ ਡਿਸੋਲੂਸ਼ਨ ਬਾਈ ਦਾ ਆਪਰੇਸ਼ਨ ਆਫ ਲਵ। ਫਰਮ ਕੰਪਲਸਰੀ ਡਿਸੋਲਵ ਕਿਵੇਂ ਹੋਊਗੀ, ਜਿਵੇਂ when all the partner except one become insolvent, ਮਤਲਬ ਇੱਕ ਨੂੰ ਛੱਡ ਕੇ ਬਾਕੀ ਸਾਰੇ ਇੰਸੋਲਵੈਂਟ ਹੋ ਗਏ, ਜਾਂ ਸਾਰੇ ਇੰਸੋਲਵੈਂਟ ਹੋ ਗਏ, ਜਾਂ ਆਪਣਾ ਕੰਮ ਕੀ ਹੈ ਜਿਹੜਾ ਉਹ ਇਲੀਗਲ ਹੋ ਗਿਆ, ਇਲੀਗਲ ਪਰਪਸ ਲਈ ਆਪਾਂ ਕਰੀ ਜਾਂਦੇ। ਅਤੇ ਜਾਂ ਫਿਰ ਕੀ ਹੋਊਗਾ, ਵੇਅਰ ਦਾ ਨੰਬਰ ਆਫ ਪਾਰਟਨਰਸ ਐਕਸੀਡ 20 ਇਨ ਕੇਸ ਆਫ ਆਰਡੀਨਰੀ ਬਿਜ਼ਨਸ, ਮਤਲਬ ਜਿੰਨੇ ਕਹੇ ਸੀ ਉਹਦੇ ਨਾਲੋਂ ਪਾਰਟਨਰ ਵਧਾਤੇ, ਤਾਂ ਵੀ ਆਪਾਂ ਨੂੰ ਬੰਦ ਕਰਨਾ ਪੈਣਾ। ਡਿਸੋਲੂਸ਼ਨ ਬਾਈ ਦਾ ਕੋਰਟ, ਕੋਰਟ ਕਦੋਂ ਕਰੂਗਾ ਆਪਣਾ, ਮਤਲਬ ਕਿ ਜਦੋਂ ਪਾਰਟਨਰ ਅਨਸਾਊਂਡ ਮਾਈਂਡ ਦਾ ਗਾ, ਜਾਂ ਪਾਰਟਨਰ ਕਿਸੇ ਪਰਮਾਨੈਂਟ ਇਨਕਪੈਸਿਟੀ ਤੋਂ ਸਫਰ ਕਰ ਰਹੇ ਹੈਗੇ। ਠੀਕ ਹੈ, ਮਤਲਬ ਕਿ ਉਹ ਆਪਣੀਆਂ ਡਿਊਟੀਜ਼ ਨੂੰ ਪਰਫੋਰਮ ਨਹੀਂ ਕਰ ਪਾ ਰਹੇ ਹੈਗੇ, ਜਾਂ ਉਹ ਕੁਝ ਗਲਤ ਕਰਦੇ ਪਕੜੇ ਗਏ ਹੈਗੇ। ਜਦੋਂ ਪਾਰਟਨਰ ਕਮਿਟ ਵਿਲਫੁਲ ਔਰ ਪਰਸਿਸਟੈਂਟ ਬ੍ਰੀਚ ਆਫ ਐਗਰੀਮੈਂਟ, ਮਤਲਬ ਕੀ ਕਰ ਰਿਹਾ ਹੈਗਾ ਉਹ, ਮਤਲਬ ਕਿ ਉਹਨੇ ਆਪਦੀ ਇੱਛਾ ਨਾਲ ਕਿਸੇ ਐਗਰੀਮੈਂਟ ਨੂੰ ਭੰਗ ਕੀਤਾ ਹੈਗਾ। ਠੀਕ ਹੈ, ਵੈਨ ਅ ਪਾਰਟਨਰ ਹੈਜ਼ ਟਰਾਂਸਫਰ ਦਾ ਹੋਲ ਆਫ ਹਿਜ਼ ਇੰਟਰਸਟ ਇਨ ਦਾ ਫਰਮ ਟੂ ਅ ਥਰਡ ਪਾਰਟੀ, ਕਿਸੇ ਆਪਦੇ ਥਰਡ ਪਾਰਟੀ ਨੂੰ ਮਤਲਬ ਕਿ ਆਪਦਾ ਇੰਟਰਸਟ ਟਰਾਂਸਫਰ ਕਰਤਾ ਗਾ। ਠੀਕ ਹੈ, ਉਸ ਤੋਂ ਬਾਅਦ ਵੈਨ ਦਾ ਬਿਜ਼ਨਸ ਆਫ ਅ ਫਰਮ ਕਾਂਟ ਵੀ ਕੈਰੀਡ ਔਨ ਐਕਸੈਪਟ ਐਟ ਅ ਲਾਸ, ਲਾਸ ਤੋਂ ਇਲਾਵਾ ਕੁਛ ਨਹੀਂ ਹੋ ਰਿਹਾ। ਜੇ ਲਾਸ ਹੋਈ ਜਾਂਦਾ ਆਪਾਂ ਕੀ ਕਹਾਂਗੇ, ਬਿਜ਼ਨਸ ਇਹਦੇ ਨਾਲ ਬੈਟਰ ਹੈ ਕਿ ਬੰਦ ਕਰ ਦਿਓ। ਠੀਕ ਹੈ, ਵੈਨ ਦਾ ਕੋਰਟ ਇਜ਼ ਸੈਟਿਸਫਾਈ ਐਜ਼ ਟੂ ਗਰਾਊਂਡ ਵਿਚ ਰੈਂਡਰ ਇਟ ਜਸਟ ਐਂਡ ਇਕੁਇਟੇਬਲ ਟੂ ਡਿਸੋਲਵ ਦਾ ਫਰਮ, ਜਦੋਂ ਕੋਰਟ ਨੂੰ ਲੱਗਦਾ ਵੀ ਇਹਨੂੰ ਬੰਦ ਕਰਨਾ ਹੀ ਬੈਟਰ ਆ ਤਾਂ ਬੰਦ ਕਰ ਦੇ। Settlement of accounts on dissolution. Section 48 deal with the mode of settlement of accounts on a dissolution of the firm. Section reads as follow. In settlement the accounts of the firm after dissolution, the following rules subject to agreement by the partner we observe. ਆਪਾਂ ਮਤਲਬ ਕਿ ਜਦੋਂ rules ਕਿਹੜੇ ਲੱਗਦੇ, treatment of losses. Losses include deficiency of capital shall be paid first out of profits, next out of capital, lastly if necessary by the partner individually in the proportion in which they are entitled to share profits। ਮਤਲਬ ਆਪਾਂ losses ਨੂੰ ਕਿਵੇਂ ਕਰਾਂਗੇ, ਵੀਅਰ ਜਿਹੜੇ ਵੀ ਆਪਾਂ ਪਹਿਲਾਂ ਤਾਂ ਦੇਖਾਂਗੇ ਪ੍ਰੋਫਿਟਸ ਦੇ ਵਿੱਚੋਂ ਪੇ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਅਗਲੇ ਦੀ ਕੈਪੀਟਲ ਲੈ ਲਓ, ਕੈਪੀਟਲ ਦੇ ਵਿੱਚੋਂ ਕਰਾਂਗੇ। ਠੀਕ ਹੈ, ਅਤੇ ਇੰਡੀਵਿਜੂਅਲੀ ਵੀ ਜਿਵੇਂ ਉਹਨਾਂ ਨੇ ਪ੍ਰੋਫਿਟ ਦੇ ਵਿੱਚੋਂ ਹਿੱਸਾ ਸੀਗਾ ਉਹਦੇ ਵਿੱਚੋਂ ਵੀ ਆਪਾਂ ਲੈ ਸਕਦੇ। ਫਿਰ ਆ ਜਾਏਗਾ ਐਪਲੀਕੇਸ਼ਨ ਆਫ ਐਸਿਡਸ। ਐਪਲੀਕੇਸ਼ਨ ਜਿਹੜੀਆਂ ਐਸਿਡਸ ਹੈ ਉਹਨਾਂ ਨੂੰ ਆਪਾਂ ਯੂਜ਼ ਕਿਵੇਂ ਕਰਨਾ, ਐਸਿਡਸ ਜੋ ਫਰਮ ਦੀਆਂ, ਠੀਕ ਹੈ, ਕਿਸੇ ਨੇ ਮਤਲਬ ਕਿ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਲਾਵਾਂਗੇ। ਇਨ ਪੇਇੰਗ ਦਾ ਡੈਟ ਆਫ ਦਾ ਫਰਮ ਟੂ ਥਰਡ ਪਾਰਟੀ, ਸਭ ਤੋਂ ਪਹਿਲਾਂ ਆਪਾਂ ਥਰਡ ਪਾਰਟੀ ਦੇ ਜਿਹੜੇ ਕਰਜ਼ੇ ਦੇਣੇ ਆ, ਲੋਨ ਵਗੈਰਾ ਹੋ ਗਏ, ਉਹਨਾਂ ਨੂੰ ਪੇ ਕਰਾਂਗੇ। ਉਸ ਤੋਂ ਬਾਅਦ ਇਨ ਪੇਇੰਗ ਟੂ ਈਚ ਪਾਰਟਨਰ ਰੇਟਿਵਲੀ ਵਟ ਇਜ਼ ਡਿਊ ਟੂ ਹਿਮ ਫਰੋਮ ਦਾ ਫਰਮ ਫॉर ਐਡਵਾਂਸਿਸ ਐਜ਼ ਡਿਸਟਿੰਗੁਇਸ਼ਡ ਫਰੋਮ ਕੈਪੀਟਲ, ਮਤਲਬ ਇੱਕ ਤਰੀਕੇ ਦਾ ਲੋਨ, ਪਾਰਟਨਰ ਦੇ ਲੋਨ ਵਗੈਰਾ ਆਪਾਂ ਫਿਰ ਪੇ ਕਰਾਂਗੇ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਉਹਦੀ ਕੈਪੀਟਲ ਪੇ ਕਰਾਂਗੇ। ਉਸ ਤੋਂ ਬਾਅਦ ਵੀ ਅਗਰ ਸਾਡੇ ਕੋਲ ਬਚ ਜਾਂਦਾ ਉਹਨੂੰ ਅਸੀਂ ਕੀ ਕਰਾਂਗੇ, ਪ੍ਰੋਫਿਟਸ ਦੇ ਵਿੱਚ ਮੰਨ ਕੇ ਚੱਲਾਂਗੇ, ਫਿਰ ਪ੍ਰੋਫਿਟ ਪੇ ਕਰਾਂਗੇ ਅਗਲੇ। ਠੀਕ ਹੈ, ਉਸ ਤੋਂ ਬਾਅਦ ਮਤਲਬ ਕਿ ਆਪਾਂ ਨੂੰ ਪਤਾ ਹੀ ਹੈ, ਜਿਵੇਂ ਹੁਣ ਆਪਾਂ ਪੈਸੇ ਦੇਣੇ ਹੋਣ ਤਾਂ ਪਹਿਲਾਂ ਕਿਹਦੇ ਲੋਕਾਂ ਦੇ ਦੇਵਾਂਗੇ, ਬਾਹਰਲੇ ਲੋਕਾਂ ਦੇ ਦੇਵਾਂਗੇ, ਫਿਰ ਪਾਰਟਨਰ ਦਾ ਲੋਨ ਪੇ ਕਰਾਂਗੇ, ਫਿਰ ਪਾਰਟਨਰ ਦੀ ਕੈਪੀਟਲ ਤੋਂ ਬਾਅਦ ਵੀ ਅਗਰ ਕੁਛ ਬਚ ਜੇ ਤਾਂ ਫਿਰ ਕੀ ਕਰਾਂਗੇ, ਪ੍ਰੋਫਿਟਸ ਪੇ ਕਰਾਂਗੇ। ਠੀਕ ਹੈ, ਫਿਰ ਆਪਣੇ ਕੋਲ ਫਰਮਸ ਡੈਟ ਆ ਗਿਆ ਅਤੇ ਪ੍ਰਾਈਵੇਟ। ਫਰਮਸ ਡੈਟ ਦਾ ਮਤਲਬ ਕੀ ਹੈਗਾ, ਵੀ ਜਿਹੜੇ ਫਰਮ ਨੇ ਲੋਕਾਂ ਦੇ ਦੇਣੇ ਆ। ਪ੍ਰਾਈਵੇਟ ਡੈਟ ਜਿਹੜੇ ਪਾਰਟਨਰ ਦੇ ਮਤਲਬ ਕਿ ਲੋਕਾਂ ਨੂੰ ਦੇਣੇ ਹੈਗੇ। ਠੀਕ ਹੈ, ਪਾਰਟਨਰ ਦੀ ਇੰਡੀਵਿਜੂਅਲ ਕਪੈਸਿਟੀ ਇਹਦੇ ਵਿੱਚ ਦੇਖਾਂਗੇ। ਮਤਲਬ ਇੱਥੇ ਐਗਜ਼ਾਮਪਲ ਹੈਗੀ, ਪਹਿਲਾਂ ਤਾਂ ਆਹ ਥਿਊਰੀ ਹੈ, ਵੇਅਰ ਦੇਅਰ ਆਰ ਪਾਰਟਨਰਸ਼ਿਪ ਡੀਡ ਡੈਟਸ ਐਂਡ ਪ੍ਰਾਈਵੇਟ ਡੈਟ ਆਫ ਦਾ ਪਾਰਟਨਰਸ in their individual capacity, the assets of firm shall be applied in the first instance in payment of the debt of the firm, and surplus of assets, if any, would be paid to the partner in the proportion in which they were entitled to share profits। ਮਤਲਬ ਕਿ ਆਪਾਂ ਇਹਦੇ ਵਿੱਚ ਕੀ ਦੇਖਣਾ ਗਾ, ਪਾਰਟਨਰਸ਼ਿਪ ਡੈਟ ਅਤੇ ਪ੍ਰਾਈਵੇਟ ਡੈਟ ਜਿਹੜੇ ਪਾਰਟਨਰ ਦੇ, ਉਹਦੇ ਵਿੱਚ ਦੇਖਣੀ ਉਹਨਾਂ ਦੀ ਇੰਡੀਵਿਜੂਅਲ ਕਪੈਸਿਟੀ। ਠੀਕ ਹੈ, ਐਸਿਡਸ ਫਰਮ ਹੀ ਆਪਾਂ ਕਿਹਦੇ ਲਈ ਅਪਲਾਈ ਕਰਾਂਗੇ, ਪਹਿਲਾਂ ਤਾਂ ਪੇਮੈਂਟ ਆਫ ਡੈਟ ਆਫ ਦਾ ਫਰਮ, ਪਹਿਲਾਂ ਕਿਹਦੇ ਲਈ ਦੇਖ ਕੇ ਚੱਲਾਂਗੇ, ਫਰਮ ਦੇ ਡੈਟ, ਫਰਮ ਦੇ ਡੈਟ ਕਿੱਥੋਂ ਪਹਿਲਾਂ ਯੂਜ਼ ਕਰਾਂਗੇ, ਪੇ ਕਰਾਂਗੇ, ਫਰਮ ਦੇ
ਐਸੈਟਸ। ਠੀਕ ਹੈ, ਫਰਮ ਦੇ ਕੋਲ ਜੋ ਹੈ ਕਾਹਦੇ ਲਈ ਪਹਿਲਾਂ ਯੂਜ਼ ਕਰਾਂਗੇ, ਫਰਮ ਦੇ ਖਰਚੇ ਲਈ। ਉਸ ਤੋਂ ਬਾਅਦ ਜੇ ਬਚ ਜਾਂਦਾ ਹੈਗਾ ਆਪਾਂ ਕਿਹਦੇ ਲਈ ਯੂਜ਼ ਕਰ ਸਕਦੇ ਹੈਗੇ, ਪਾਰਟਨਰ ਲਈ। ਠੀਕ ਹੈ, ਜਿਵੇਂ ਰਮੇਸ਼ ਤੇ ਸੁਰੇਸ਼ ਦੋ ਇਕੁਅਲ ਪਾਰਟਨਰ ਤੇ ਫੋਲੋਇੰਗ ਆ ਪੋਜੀਸ਼ਨ ਦਿੱਤੀ ਵੀ। ਫਰਮ ਦੇ ਡੈਟ 80,000 ਹੈ, ਫਰਮ ਦੀ ਐਸੈਟਸ 1 ਲੱਖ ਆ। ਪ੍ਰਾਈਵੇਟ ਡੈਟ 25,000 ਰਮੇਸ਼ ਦਾ ਹੈ, ਪ੍ਰਾਈਵੇਟ ਐਸਟੇਟ 10,000। ਠੀਕ ਹੈ, ਮਤਲਬ ਉਹਦੀਆਂ ਐਸੈਟਸ। ਤੇ ਸੁਰੇਸ਼ ਦਾ ਡੈਟ ਕੋਈ ਨਹੀਂਗਾ ਬਟ ਉਹਦੀ ਐਸੈਟਸ 20,000। ਹੁਣ ਇਸ ਕੇਸ ਦੇ ਵਿੱਚ ਫਰਮ ਦੇ ਐਸੈਟਸ ਕਿੰਨੀਆਂ ਗਈਆਂ, 1 ਲੱਖ। ਪਹਿਲਾਂ ਉਹ ਕਿਹਦੇ ਲਈ ਯੂਜ਼ ਕਰੂ, ਫਰਮ ਦੇ ਡੈਟ 80,000 ਆਪਦਾ ਦੇ ਦੂ, ਉਹਦੇ ਕੋਲ 20,000 ਬਚ ਗਿਆ ਗਾ। 20,000 ਨੂੰ ਆਪਾਂ ਕਿਵੇਂ ਵੰਡਾਂਗੇ, ਪਾਰਟਨਰ ਦੇ ਵਿੱਚ ਵੰਡਾਂਗੇ। ਅਗਰ ਕੋਈ ਰੇਸ਼ੋ ਨਾ ਗਿਵਨ ਹੋਵੇ, ਵੈਸੇ ਇੱਥੇ ਦਿੱਤਾ ਹੋਇਆ ਸੀ ਇਕੁਅਲ ਪਾਰਟਨਰ, ਤਾਂ ਵੀ ਇਕੁਅਲ ਹੀ ਕਰਨਾ ਗਾ। ਅਗਰ ਨਾ ਦਿੰਦੇ ਤਾਂ ਵੀ ਇਕੁਅਲ ਹੀ ਹੋਣਾ ਸੀ। ਠੀਕ ਹੈ, ਤਾਂ ਇਕੁਅਲ ਹੀ ਅਸੀਂ ਵੰਡ ਦਾਂਗੇ। 10-10,000 ਦੋਨਾਂ ਨੂੰ ਮਿਲ ਜੂਗਾ। ਤੇ ਇਹਦੇ ਕੋਲ 10,000 ਆਪਦਾ ਸੀਗਾ ਤੇ 10,000 ਹੁਣ ਕੀ ਕਰਾਂਗੇ, ਰਮੇਸ਼ ਕੈਨ ਯੂਜ਼ ਇਜ਼ ਸਰਪਲਸ 10,000। ਠੀਕ ਹੈ, 10,000 ਉਹ ਫਿਰ ਜਿਹੜਾ ਇਹਨੂੰ ਮਿਲੂਗਾ ਉਹ ਯੂਜ਼ ਕਰ ਲੂਗਾ ਆਪਣੇ ਪ੍ਰਾਈਵੇਟ ਡੈਟਸ ਨੂੰ ਪੇ ਕਰਨ ਵਾਸਤੇ। ਤੇ ਸੁਰੇਸ਼ ਹੁਣ ਜੇ ਉਹਦੇ ਕੋਲ 20 ਪਹਿਲਾਂ ਸੀਗਾ, 10 ਹੋਰ ਉਹਨੂੰ ਮਿਲ ਗਿਆ ਗਾ। ਠੀਕ ਹੈ, ਤਾਂ ਉਹ ਆਪਦਾ 30 ਦਾ 30 ਸਾਂਭ ਕੇ ਰੱਖੋ। ਹੁਣ ਰਮੇਸ਼ ਤੇ ਸੁਰੇਸ਼ ਇੱਕ ਦੂਜੇ ਦੀ ਹੈਲਪ ਥੋੜ੍ਹੀ ਕਰਨੀ। ਠੀਕ ਹੈ, ਉਹ ਆਏ ਥੋੜ੍ਹੀ ਕਹੂਗਾ ਵੀ ਚੱਲ ਤੂੰ ਕੋਈ ਨਾ ਆਪਦੇ ਖਰਚੇ ਪੇ ਕਰ ਲੈ, ਮੇਰੇ ਕੋਲ ਪ੍ਰੋਫਿਟ ਵਾਧੂ। ਠੀਕ ਹੈ, ਉਹ ਆਪਦਾ ਸਾਂਭ ਕੇ ਰੱਖ ਲੂ। ਦੂਜੀ ਐਗਜ਼ਾਮਪਲ ਹੈ, ਸਪੋਜ਼ ਦਾ ਪੋਜੀਸ਼ਨ ਆਫ ਦਾ ਪਾਰਟਨਰ ਰਮੇਸ਼ ਐਂਡ ਸੁਰੇਸ਼ ਐਟ ਦਾ ਟਾਈਮ ਆਫ ਡਿਸੋਲੂਸ਼ਨ ਐਜ਼ ਫੋਲੋ। ਉਹਨਾਂ ਦੀ ਆਹ ਆਪਾਂ ਨੂੰ ਦੇਤੀ ਹੈਗੀ, ਪ੍ਰਾਈਵੇਟ ਸਟੇਟ 25,000, ਇੱਧਰ 30,000 ਲੈਬਿਲਟੀ ਹੈ, ਇੱਧਰ 35,000 ਉਹਦੀ ਹੈਗੀ ਹੈ ਤੇ 20,000 ਉਹਦੀ ਲੈਬਿਲਟੀ ਹੈ। ਤਾਂ ਆਪਾਂ ਕੀ ਕਰਾਂਗੇ, ਪ੍ਰਾਈਵੇਟ ਸਟੇਟ ਰਮੇਸ਼ ਦੀ 25,000 ਆਪਾਂ ਕਿਹਦੇ ਲਈ ਯੂਜ਼ ਕਰਾਂਗੇ, ਪਹਿਲਾਂ ਤਾਂ ਕਿਹਦੇ ਲਈ ਯੂਜ਼ ਕਰੂਗਾ, ਉਹ ਪ੍ਰਾਈਵੇਟ ਲੈਬਿਲਟੀਜ਼ ਲਈ ਯੂਜ਼ ਕਰੂਗਾ। ਤੇ ਉਹਦੇ ਕੋਲ ਕੋਈ ਸਰਪਲਸ ਨਹੀਂ ਬਚ ਰਿਹਾ ਹੈਗਾ ਤਾਂ ਫਿਰ ਉਹ ਫਰਮ ਦੇ ਡੈਟ ਨੂੰ ਪੇ ਨਹੀਂ ਕਰੂਗਾ। ਸੁਰੇਸ਼ ਕੋਲ ਪ੍ਰਾਈਵੇਟ ਸਟੇਟ ਕਿੰਨਾ ਗਾ, 35,000, ਤੇ ਉਹ ਪਹਿਲਾਂ ਕੀ ਕਰੂਗਾ, ਆਪਦਾ ਪੇ ਕਰ ਦੂਗਾ। ਮਤਲਬ ਕਿ ਇਹਦੇ ਵਿੱਚੋਂ 20,000 ਪੇ ਕਰ ਦੂ ਤੇ ਉਹਦੇ ਕੋਲ 15,000 ਬਚ ਗਿਆ ਗਾ। ਤੇ 15,000 ਉਹ ਬਚ ਗਿਆ ਫਰਮ ਦੇ ਡੈਟ ਲਈ। ਜੇ ਕਿਤੇ ਜ਼ਰੂਰਤ ਪੈ ਰਹੀ ਹੈ ਫਿਰ ਉਹ ਆਪਦਾ ਮਤਲਬ ਕਿ ਸ਼ੇਅਰ ਇੱਕ ਤਰੀਕੇ ਨਾਲ ਦੇ ਦਿੰਦਾ ਵੀ ਹਾਂ ਫਰਮ ਨੂੰ ਜ਼ਰੂਰਤ ਹੈ ਫਿਰ ਉਹ ਦੇ ਦੇ। ਠੀਕ ਹੈ, ਫਿਰ ਆਪਣੇ ਕੋਲ ਡਿਫਰੈਂਸ ਆ ਗਿਆ ਫਰਮਸ ਡੈਟ ਤੇ ਪ੍ਰਾਈਵੇਟ ਡੈਟ। ਦੀਜ਼ ਆਰ ਇਨਕਰਡ ਬਾਈ ਦਾ ਫਰਮ। ਫਰਮ ਡੈਟ ਕਿਹਦੇ ਦੁਆਰਾ ਹੋਣਗੇ, ਫਰਮ ਦੁਆਰਾ। ਪ੍ਰਾਈਵੇਟ ਡੈਟ ਪਾਰਟਨਰ ਦੁਆਰਾ ਹੋਣਗੇ। ਤੇ ਆਲ ਪਾਰਟਨਰ, ਸਾਰੇ ਪਾਰਟਨਰਸ ਜੁਆਇੰਟਲੀ ਸਵਰਲੀ ਫਰਮ ਦੇ ਡੈਟ ਲਈ ਜ਼ਿੰਮੇਵਾਰ ਹੈ। ਤੇ ਪ੍ਰਾਈਵੇਟ ਡੈਟ ਹੁਣ ਰਮੇਸ਼ ਸੁਰੇਸ਼ ਨਾਲ ਕੋਈ ਲਿੰਕ ਨਹੀਂ। ਸੁਰੇਸ਼ ਜਿੱਥੇ ਇੱਥੇ ਆਪਣੇ ਰਮੇਸ਼ ਨੂੰ ਘਾਟਾ ਪੈ ਰਿਹਾ ਸੀ ਬਟ ਉਹ ਸੁਰੇਸ਼ ਕਹਿੰਦਾ ਮੈਂ ਨਹੀਂ ਦੇ। ਬਟ ਜਿੱਥੇ ਫਰਮ ਨੂੰ ਘਾਟਾ ਪਊਗਾ ਉੱਥੇ ਫਿਰ ਉਹ ਸਾਰੇ ਹੀ ਲਾਇਬਲ ਹੋਣਗੇ। ਠੀਕ ਹੈ, ਫਰਮ ਦੀ ਪ੍ਰੋਪਰਟੀ ਕਾਹਦੇ ਲਈ ਪਹਿਲਾਂ ਯੂਜ਼ ਕਰਾਂਗੇ, ਫਰਮ ਦੇ ਡੈਟ ਲਈ। ਤੇ ਆਪਦਾ ਮਤਲਬ ਕਿ ਪਹਿਲਾਂ ਪ੍ਰਾਈਵੇਟ ਡੈਟ ਪਹਿਲਾਂ ਕਾਹਦੇ ਲਈ ਯੂਜ਼ ਹੋਊਗਾ, ਪ੍ਰਾਈਵੇਟ ਮਤਲਬ ਪ੍ਰਾਈਵੇਟ ਐਸੈਟਸ ਕਾਹਦੇ ਲਈ ਯੂਜ਼ ਹੋਣਗੇ, ਪਹਿਲਾਂ ਪ੍ਰਾਈਵੇਟ ਡੈਟ ਲਈ।